ਕਿ ਇਸ ਪਰਿਵਾਰ ਦੀ ਇੱਕ 22 ਸਾਲਾ ਧੀ ਪਿਛਲੇ 1.5 ਸਾਲ ਤੋਂ ਲਾਪਤਾ ਹੈ। ਇਸ ਪਰਿਵਾਰ ਨੂੰ ਇੱਥੋਂ ਤੱਕ ਵੀ ਪਤਾ ਨਹੀਂ ਹੈ ਕਿ ਇਹਨਾਂ ਦੀ ਧੀ ਜਿਉਂਦੀ ਹੈ ਜਾਂ ਫਿਰ ਮਰ ਚੁੱਕੀ ਹੈ, ਕਿਉਂਕਿ ਉਸ ਨੂੰ ਕਿਸੇ ਪਰਿਵਾਰ ਦੇ ਵੱਲੋਂ ਘਰ ਦੇ ਵਿੱਚ ਕੰਮ ਕਰਨ ਦੇ ਲਈ ਲਿਜਾਇਆ ਗਿਆ ਸੀਗਾ। ਕੁਝ ਸਮਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਵਾਈ ਗਈ, ਪਰ ਪਿਛਲੇ 1.5 ਸਾਲ ਤੋਂ ਇਹਨਾਂ ਦਾ ਆਪਣੀ ਧੀ ਦੇ ਨਾਲੋਂ ਪੂਰੀ ਤਰ੍ਹਾਂ ਕਨੈਕਸ਼ਨ ਟੁੱਟ ਚੁੱਕਿਆ ਹੈ। बेटी का की ਨਾਂ ਸੀ, ਕਦੋਂ ਘਰੋਂ ਗਈ, ਕਿੱਥੇ ਗਈ, ਕੌਣ ਲੈ ਕੇ ਗਿਆ? ਹਰਪ੍ਰੀਤ ਕੌਰ ਨਾ ਉਹਦਾ। ਕੰਮ ਤੇ ਰਖਾਇਆ ਸੀਗਾ, ਚਲੋ ਗਰੀਬੀ ਹੈ, ਆਪਣੇ 4 ਪੈਸੇ ਆਉਣਗੇ, ਕੋਈ ਮਾੜਾ ਮੋਟਾ ਘਰ ਤੇ ਛੱਤ ਪੈ ਜਾਊ। ਪਰ ਸਾਨੂੰ ਪੈਸੇ ਵੀ ਨਹੀਂ ਦਿੱਤੇ, 5-7 ਹਜ਼ਾਰ ਰੁਪਇਆ ਦਿੱਤਾ ਸੀਗਾ। ਉਹ ਤੋਂ ਬਾਅਦ ਸਾਨੂੰ ਪੈਸਾ ਨਹੀਂ ਕੋਈ ਵੀ ਮਿਲਿਆ, ਨਾ ਕੁੜੀ ਦਿੱਤੀ ਨਾ ਉਹਨੇ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਿਡਨੈਪਿੰਗ, ਮਾਨਵ ਤਸਕਰੀ ਔਰ ਬੰਧੂਆ ਮਜ਼ਦੂਰੀ, ਇਹ ਸ਼ਬਦ ਸ਼ਾਇਦ ਪੰਜਾਬੀਆਂ ਨੇ ਪਹਿਲਾਂ ਫਿਲਮਾਂ 'ਚ ਸੁਣੇ ਹੋਣਗੇ, ਪਰ ਅੱਜ ਪੰਜਾਬ ਦੇ ਜੋ ਹਾਲਾਤ ਨੇ, ਇਸ ਦੀਆਂ ਤਾਜ਼ਾ ਤਸਵੀਰਾਂ ਪੰਜਾਬ 'ਚ ਹੀ ਦੇਖਣ ਨੂੰ ਮਿਲ ਰਹੀਆਂ ਨੇ। ਅੱਜ ਜਿਸ ਪਰਿਵਾਰ ਦੇ ਕੋਲ ਪਹੁੰਚੇ ਹਾਂ, ਇਸ ਪਰਿਵਾਰ ਦੇ ਉੱਤੇ ਬੇਹੱਦ ਗਰੀਬੀ ਹੈ, ਗੁਰਬਤ ਦੀ ਜ਼ਿੰਦਗੀ ਜੀ ਰਿਹਾ ਹੈ। ਪਰ ਵੱਡੀ ਗੱਲ ਹੈ ਕਿ ਇਸ ਪਰਿਵਾਰ ਦੀ ਇੱਕ 22 ਸਾਲਾ ਧੀ ਪਿਛਲੇ 1.5 ਸਾਲ ਤੋਂ ਲਾਪਤਾ ਹੈ। ਇਸ ਪਰਿਵਾਰ ਨੂੰ ਇੱਥੋਂ ਤੱਕ ਵੀ ਪਤਾ ਨਹੀਂ ਹੈ ਕਿ ਇਹਨਾਂ ਦੀ ਧੀ ਜਿਉਂਦੀ ਹੈ ਜਾਂ ਫਿਰ ਮਰ ਚੁੱਕੀ ਹੈ, ਕਿਉਂਕਿ ਉਸ ਨੂੰ ਕਿਸੇ ਪਰਿਵਾਰ ਦੇ ਵੱਲੋਂ ਘਰ ਦੇ ਵਿੱਚ ਕੰਮ ਕਰਨ ਦੇ ਲਈ ਲਿਜਾਇਆ ਗਿਆ ਸੀਗਾ। ਕੁਝ ਸਮਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਵਾਈ ਗਈ, ਪਰ ਪਿਛਲੇ 1.5 ਸਾਲ ਤੋਂ ਇਹਨਾਂ ਦਾ ਆਪਣੀ ਧੀ ਦੇ ਨਾਲੋਂ ਪੂਰੀ ਤਰ੍ਹਾਂ ਕਨੈਕਸ਼ਨ ਟੁੱਟ ਚੁੱਕਿਆ ਹੈ। ਇਹ ਪੀੜਤ ਪਰਿਵਾਰ ਨਾ ਸਿਰਫ ਥਾਣਿਆਂ ਦੇ ਬਲਕਿ ਪੰਜਾਬ ਦੇ ਵੱਡੇ ਅਫਸਰਾਂ ਤੱਕ ਵੀ ਪਹੁੰਚ ਕਰ ਗਿਆ ਹੈ ਕਿ ਸਾਡੀ ਧੀ ਸਾਨੂੰ ਵਾਪਸ ਦਵਾਈ ਜਾਵੇ ਜਾਂ ਉਸ ਦੀ ਸੁੱਧ ਬੁੱਧ ਸਾਡੇ ਤੱਕ ਪਹੁੰਚਾਈ ਜਾਵੇ। ਪਰ ਇਹਨਾਂ ਨੂੰ ਨਾ ਤਾਂ ਆਪਣੀ ਧੀ ਦਾ ਅਤਾ ਪਤਾ ਮਿਲ ਰਿਹਾ ਤੇ ਨਾ ਹੀ ਉਸ ਦੀ ਕੋਈ ਖੁਸ਼ੀ ਦੀ ਖਬਰ ਹੀ ਮਿਲ ਰਹੀ ਹੈ। ਸਾਡੇ ਨਾਲ ਉਸ ਧੀ ਦੇ ਪਿਤਾ ਸੋਮਪਾਲ ਅਤੇ ਉਸ ਦਾ ਭਰਾ ਸਤਨਾਮ ਨਾਲ ਨੇ, ਗੱਲਬਾਤ ਕਰਦੇ ਹਾਂ। ਸੋਮਪਾਲ ਜੀ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ, ਬੇਟੀ ਦਾ ਕੀ ਨਾਂ ਸੀ, ਕਦੋਂ ਘਰੋਂ ਗਈ, ਕਿੱਥੇ ਗਈ, ਕੌਣ ਲੈ ਕੇ ਗਿਆ? ਹਰਪ੍ਰੀਤ ਕੌਰ ਨਾ ਉਹਦਾ। ਉਹ ਆਪਣੇ 10ਵੀਂ ਪਾਸ ਕਰਾਈ ਸੀਗੀ। ਉਹ ਤੋਂ ਬਾਅਦ ਅਸੀਂ ਕੰਮ ਤੇ ਰਖਾਈ। ਉਹ ਪਿੰਡ ਦੇ ਮੁੰਡਾ ਸੀਗਾ, ਉਹਦੀ ਜ਼ਿੰਮੇਵਾਰੀ ਤੇ ਅਸੀਂ ਰਖਾਈ। ਚਾਚਾ ਭਤੀਜਾ ਸੀਗਾ। ਇੱਕ ਦਾ ਨਾਂ ਪ੍ਰਦੀਪ ਹੈ, ਦੂਸਰਾ ਨਾਂ ਚਾਚਾ ਉਹਦਾ ਬਲਵਿੰਦਰ ਹੈ। ਕੰਮ ਤੇ ਰਖਾਇਆ ਸੀਗਾ, ਚਲੋ ਗਰੀਬੀ ਹੈ, ਆਪਣੇ 4 ਪੈਸੇ ਆਉਣਗੇ, ਕੋਈ ਮਾੜਾ ਮੋਟਾ ਘਰ ਤੇ ਛੱਤ ਪੈ ਜਾਊ। ਪਰ ਸਾਨੂੰ ਪੈਸੇ ਵੀ ਨਹੀਂ ਦਿੱਤੇ, 5-7 ਹਜ਼ਾਰ ਰੁਪਇਆ ਦਿੱਤਾ ਸੀਗਾ। ਉਹ ਤੋਂ ਬਾਅਦ ਸਾਨੂੰ ਪੈਸਾ ਨਹੀਂ ਕੋਈ ਵੀ ਮਿਲਿਆ, ਨਾ ਕੁੜੀ ਦਿੱਤੀ ਨਾ ਉਹਨੇ। ਜ਼ਬਰਦਸਤੀ ਕਰਦੀ ਰਹੀ, ਕੁੱਟਮਾਰ ਵੀ ਕਰਦੇ ਰਹੇ ਉਹਦੇ ਨਾਲ। ਕੁੜੀ ਨੇ ਦੱਸਿਆ ਵੀ ਸੀਗਾ, ਧਮਕੀ ਦਿੰਦੇ ਰਹੇ, ਕੁੱਟਿਆ। ਉਹ ਕਹਿੰਦੇ ਤੈਨੂੰ ਵੀ ਮਾਰ ਦੇਣਾ, ਤੇਰੇ ਮਾਂ ਬਾਪ ਵੀ ਮਰਾ ਦੇਣੇ। ਔਰ
ਤੇਰਾ ਘਰ-ਬਾਰ ਵੀ ਵੇਚ ਦੇਣਾ। ਉਹ ਤੋਂ ਬਾਅਦ ਅਸੀਂ 8-9 ਸਾਲ ਇਹਨੂੰ ਰਹਿੰਦੇ ਨੂੰ ਹੋ ਗਏ। ਮੁੜ ਕੇ ਅਸੀਂ ਸਾਡੇ ਨੂੰ ਇਹਨਾਂ ਦੇ ਨਾਲ ਆਂਟੀ ਦੇ ਨਾਲ ਗੱਲਬਾਤ ਹੋਈ ਅਤੇ ਅਸੀਂ ਫਿਰ ਕੇਸ ਕੀਤਾ। ਕੇਸ ਅਸੀਂ ਐਸਡੀਐਮ ਕੋਰਟ ਕੇਸ ਕਰ ਦਿੱਤਾ। ਮੁੜ ਕੇ ਤਰੀਕਾ ਪੈਂਦੀ ਰਹੀ ਹੈ, ਸਾਡੀ ਕੋਈ ਸੁਣਾਈ ਨਹੀਂ ਹੋਈ ਹੈਗੀ। ਅਸੀਂ ਹਰ ਇੱਕ ਥਾਂ ਫਿਰਦੇ ਰਹੇ ਹਾਂ, ਵੱਡੇ ਵੱਡੇ ਅਫਸਰਾਂ ਕੋਲ ਵੀ ਗਏ ਹਾਂ, ਸਾਡੀ ਕੋਈ ਗੱਲ ਕਿਸੇ ਨੇ ਸੁਣਾਈ ਨਹੀਂ ਕੀਤੀ ਹੈਗੀ। ਕੌਣ ਲੈ ਕੇ ਗਿਆ ਸੀ ਧੀ ਨੂੰ? ਆਪ ਭੇਜਿਆ ਸੀਗਾ? ਕਿਸ ਕੰਮ ਦੇ ਵਿੱਚ ਲੈ ਕੇ ਗਏ ਸੀ? ਕਿੰਨੀ ਉਮਰ ਸੀਗੀ ਧੀ ਦੀ ਉਦੋਂ? ਉਮਰ ਉਸ ਵੇਲੇ 15 ਕੁ ਸਾਲ ਹੋਣੀ ਹੈ। ਤਾਂ ਹਾਂ 15 ਸਾਲ, 10ਵੀਂ ਤੇ 5 ਉੱਤੇ ਉਹਨਾਂ ਦੇ 15 ਕੁ ਸਾਲ ਦੀ ਉਮਰ ਸੀ ਉਦੋਂ। ਇਹ ਅਸੀਂ ਜ਼ਿੰਮੇਵਾਰੀ ਤਾਂ ਦਿੱਤੀ ਸੀਗੀ ਕੁੜੀ ਤੋਂ, ਪਰ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਹੈਗਾ ਵੀ ਉਹ ਜਨਾਨੀ ਗਲਤ ਹੈ। ਕੌਣ ਸੀ ਉਹ ਜਨਾਨੀ? ਕੀ ਕਹਿ ਕੇ ਲੈ ਕੇ ਗਏ ਸੀ? ਕਿਹੜੇ ਕੰਮ 'ਚ ਲੈ ਕੇ ਗਏ ਸੀ? ਕੰਮ ਦੇ ਵਿੱਚ ਘਰ ਦੇ ਕੰਮ 'ਚ ਭਾਂਡੇ ਮਾਂਜਣੇ, ਘਰ ਦੀ ਸਫਾਈ ਲਈ ਲੈ ਕੇ ਗਏ ਸੀਗੇ। ਅਤੇ ਉਹਨੇ ਫਿਰ ਸਾਨੂੰ ਕੋਈ ਦੱਸਿਆ ਨਹੀਂ ਹੈਗਾ ਵੀ ਇਹ ਜਨਾਨੀ ਗਲਤ ਹੈਗੀ। ਉਹ ਆਪ ਵੀ ਮੁੰਡਾ ਉੱਥੇ ਹੀ ਰਹਿੰਦਾ ਸੀਗਾ ਅਤੇ ਉਹ ਅੱਗੇ 2 ਸਾਲ ਵੀ ਬਾਹਰ ਰਹਿ ਕੇ ਆਇਆ। ਉਹਨੇ ਜਨਾਨੀ ਨੇ ਭੇਜਿਆ ਸੀਗਾ, ਪਰ ਪੈਸਾ ਮਾਂ ਬਾਪ ਨੂੰ ਨਹੀਂ ਦਿੱਤਾ। ਉਹ ਜਨਾਨੀ ਕੋਲ ਹੀ ਰਹਿੰਦੇ, ਸਾਰਾ ਪੈਸਾ ਵੀ ਉਹਨੂੰ ਹੀ ਦਿੱਤਾ ਆ ਅਤੇ ਸਾਨੂੰ ਕੋਈ ਰੁਪਈਆ ਨਹੀਂ ਦਿੱਤਾ। ਸਾਡੇ ਕੋਈ ਸੁਣਾਈ ਨਹੀਂ ਹੋਈ। ਉਹ ਜ਼ਬਰਦਸਤੀ ਉਹਦੇ ਨਾਲ ਕੁੜੀ ਨਾਲ ਕਰਦੀ ਰਹੀ ਹੈ। ਸਤਨਾਮ, ਤੁਸੀਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਕਦੋਂ ਤੁਹਾਡੀ ਭੈਣ ਨੂੰ ਲੈ ਕੇ ਗਏ ਸੀਗਾ? ਕੌਣ ਲੈ ਕੇ ਗਿਆ ਸੀ? ਉਹ ਲੇਡੀ ਕੌਣ ਹੈ? ਕਿਸ ਕੰਮ ਦੇ ਲਈ ਲੈ ਕੇ ਗਏ ਸੀ ਘਰੋਂ? ਉਹ ਜਦੋਂ ਉਹਨਾਂ ਨੇ 10ਵੀਂ ਪਾਸ ਕੀਤੀ ਅਤੇ ਮਤਲਬ ਕਿ ਉਹਨਾਂ ਨੇ ਆਪਣੇ ਘਰ ਦਾ ਹੀ, ਜਿੱਦਾਂ ਲੇਡੀ ਮਤਲਬ ਕਹਿੰਦੇ ਕਿ ਇਕੱਲੀ ਰਹਿੰਦੀ ਆ ਅਤੇ ਉਹਨੂੰ ਆਪਣੇ ਘਰ ਜਿੱਦਾਂ ਕਿ ਉਹ ਤੋਂ ਕੰਮ ਕਾਰ ਨਹੀਂ ਹੁੰਦਾ, ਅਤੇ ਇਸ ਕਰਕੇ ਮਤਲਬ ਕਿ ਕਹਿੰਦੇ ਉਹ ਜੋਬ ਕਰਦੀ ਆ ਅਤੇ ਇਸ ਕਰਕੇ ਉਹਨੂੰ ਘਰ ਦਾ ਹੀ ਮਤਲਬ ਕੰਮ ਕਾਰ ਲਈ ਲੈ ਕੇ ਗਏ। ਕਹਿੰਦੇ ਕਿ ਇਕੱਲੀ ਲੇਡੀ ਰਹਿੰਦੇ, ਪਿੰਡ ਦੇ ਹੀ ਸੀ। ਅਸੀਂ ਤਾਂ ਮਤਲਬ ਕਿ ਪਿੰਡ ਦੇ ਲੋਕ ਸੀ, ਅਸੀਂ ਵਿਸ਼ਵਾਸ ਕਰਕੇ ਉਹਨੂੰ ਮਤਲਬ ਘਲਾਤੀ ਕੁੜੀ ਕਿ ਕੰਮ ਕਾਰ ਉੱਥੇ ਸਹੀ ਰਹੂੰਗੀ। ਅਤੇ ਮਤਲਬ ਕਿ ਘਰ ਦਾ ਥੋੜ੍ਹੀ ਪੈਸੇ ਦੀ ਤੰਗੀ ਸੀ, ਇਸ ਕਰਕੇ ਮਤਲਬ ਕਿ ਉਹਨੂੰ ਕੁੜੀ ਨੂੰ ਉੱਥੇ ਭੇਜਤਾ। ਅਤੇ ਜਿੱਦਾਂ ਉਹ ਪਹਿਲੋਂ ਤਾਂ ਮਤਲਬ ਕਿ ਪਹਿਲਾਂ 2 ਕੁ ਸਾਲ ਅਸੀਂ ਕਾਫੀ ਮਿਲਦੇ ਵਰਤਦੇ ਰਹੇ ਕਿ ਮਤਲਬ ਕਿ ਕੁੜੀ ਪੈਸੇ ਵੀ ਦਿੰਦੇ ਰਹੀ। ਅਸੀਂ ਫਿਰ ਬਾਅਦ 'ਚੋਂ ਇਹ ਸੋਚਿਆ ਕਿ ਚਲੋ ਅਸੀਂ ਮਤਲਬ ਕਿ ਸਾਡੇ ਹਾਲਾਤ ਥੋੜ੍ਹੇ ਠੀਕ ਸੀ। ਫਿਰ ਡੈਡੀ ਹੁਣੀ ਮਤਲਬ ਕਿ ਘਰ ਦੇ ਅਸੀਂ ਕਮਾਉਣ ਲੱਗ ਗਏ ਸੀ। ਫਿਰ ਬਾਅਦ 'ਚੋਂ ਅਸੀਂ ਇਹ ਸੋਚਿਆ ਕਿ ਆਪਣੀ ਉਹਦੇ ਪੈਸੇ ਅਸੀਂ ਉਹਦੇ ਪੈਸੇ ਲੈਣੇ ਬੰਦ ਕਰਤੇ। ਅਸੀਂ ਕਿਹਾ ਕਿ ਤੂੰ ਆਪਣੇ ਅਕਾਊਂਟ 'ਚ ਜਮ੍ਹਾਂ ਕਰਦੀ ਰਹਿ ਕਿ ਤੇਰਾ ਅੱਗੇ ਬਾਅਦ 'ਚ ਤੇਰੇ ਅੱਗੇ ਜਾ ਕੇ ਕੰਮ ਆਉਂਗੇ। ਅਸੀਂ ਮਤਲਬ ਕਿ ਉਹ ਤੋਂ ਪੈਸੇ ਲੈਣੇ ਬੰਦ ਕਰਤੇ ਕਿ ਆਪਣੇ ਅਕਾਊਂਟ 'ਚ ਜਮ੍ਹਾਂ ਕਰਦੇ ਰਹੇ। ਉਹ ਇਸ ਗੱਲ ਮਤਲਬ ਕਿ ਉਹ ਆਪਣੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਦੀ ਰਹੀ। ਜਿੱਦਾਂ ਹੌਲੀ ਹੌਲੀ ਜਿੱਦਾਂ ਬਾਅਦ 'ਚੋਂ ਜਿੱਦਾਂ ਅਸੀਂ ਮਿਲਦੇ ਵਰਤਦੇ ਤਾਂ ਰਹੇ। ਬਾਅਦ 'ਚ ਉਹਨਾਂ ਨੇ ਜਿੱਦਾਂ 2 ਕੁ ਸਾਲ ਹੀ ਮਿਲਦੇ ਵਰਤਦੇ ਰਹੇ। ਉਹ ਤੋਂ ਬਾਅਦ ਉਹਨਾਂ ਨੇ ਮਿਲਣਾ ਵਰਤਣਾ ਬੰਦ ਕਰਤਾ ਕਿ ਨਾ ਸਾਨੂੰ ਮਤਲਬ ਕਿ ਮਿਲਣਾ, ਉਹਨੂੰ ਨਾ ਇੱਥੇ ਆਉਣ ਦਿੰਦੇ ਸੀ, ਨਾ ਅਸੀਂ ਜਾਈਦਾ ਸੀ, ਸਾਨੂੰ ਨਹੀਂ ਮਿਲਣ ਦਿੰਦੇ ਸੀ। ਫਿਰ ਇੱਦਾਂ ਇਸ ਕਰਕੇ ਫਿਰ ਡੈਡੀ ਨੇ ਇਹਨਾਂ ਨੇ ਲੈਣ ਬੜੀ ਵਾਰ ਗਏ, ਡੈਡੀ ਹੁਣੀ ਬੜੀ ਵਾਰ ਲੈਣ ਗਏ, ਪਰ ਉਹ ਕੁੜੀ ਨੂੰ ਆਉਣ ਨਹੀਂ ਦਿੰਦੇ ਪਏ ਸੀ, ਉਹਨੂੰ ਡਰਾਉਂਦੇ ਧਮਕਾਉਂਦੇ ਸੀ। ਇਸ ਕਰਕੇ ਫਿਰ ਅਸੀਂ ਪਿੰਡ ਦੇ ਸਰਪੰਚ ਨੂੰ ਸਾਰਿਆਂ ਨੂੰ ਕਿਹਾ ਕਿ ਸਾਨੂੰ ਮਤਲਬ ਕਿ ਕੁੜੀ ਨੂੰ ਲਿਆਂਦਾ ਜਾਵੇ, ਸਾਡੇ ਨਾਲ ਚਲੋ, ਪਰ ਪਿੰਡ ਦਾ ਕੋਈ ਵੀ ਸਾਡੇ ਨਾਲ ਨਹੀਂ ਗਿਆ। ਫਿਰ ਬਾਅਦ 'ਚ ਸਾਡੇ ਦੀਦੀ ਸੀ, ਉਹਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਮਤਲਬ ਕਿ ਹੈਲਪ ਕੀਤੀ ਕਿ ਉਹਨਾਂ ਨੇ ਫਿਰ ਅਸੀਂ ਐਸਡੀਐਮ ਕੇਸ ਕੀਤਾ। ਐਸਡੀਐਮ ਜਦੋਂ ਕੇਸ ਕੀਤਾ ਅਤੇ ਉੱਥੇ ਪਹਿਲੀ ਤਰੀਕ ਪਈ ਕਿ ਉਹਨਾਂ ਨੂੰ ਸੱਦਿਆ, ਸਾਰਿਆਂ ਨੂੰ ਸੱਦਿਆ, ਤਾਂ ਉਹਨਾਂ ਤੋਂ ਜਦੋਂ ਕੁੜੀ ਮੰਗਾਈ ਅਤੇ ਉਹਨਾਂ ਨੇ ਨਾ ਮਤਲਬ ਕਿ ਕਹਿੰਦੇ ਕਿ ਕੁੜੀ ਤਾਂ ਸਾਡੇ ਕੋਲੋਂ ਚੱਲ ਗਈ, ਪਰ ਕੁੜੀ ਉਹਨਾਂ ਕੋਲ ਸੀ। ਉਹਨਾਂ ਨੇ ਲਾਪਤਾ, ਜਦੋਂ ਕੇਸ ਬਾਰੇ ਪਤਾ ਚੱਲਾ ਹੈ ਨਾ ਕਿ ਕੁੜੀ ਨੂੰ ਹੁਣ ਖੋਜ ਕਰਦੇ ਪਏ ਆ, ਅਤੇ ਉਹਨਾਂ ਨੇ ਜੀ ਕੁੜੀ ਨੂੰ ਲਾਪਤਾ ਕਰਤਾ ਕਿ ਸਾਨੂੰ ਕੁੜੀ ਨਹੀਂ ਦਿਖਾਉਂਦੇ ਪਏ ਸੀ ਕਿ ਸਾਡੇ ਕੋਲ ਕਹਿੰਦੇ ਕਿ ਕੁੜੀ ਚਲੀ ਗਈ। ਅਤੇ ਬਾਅਦ 'ਚੋਂ ਉੱਥੇ ਇਹਨਾਂ ਨੇ ਐਸਡੀਐਮ ਨੇ ਮਤਲਬ ਕਿ ਧਮਕੀ ਉਹਨਾਂ ਨੂੰ ਦਿੱਤੀ ਕਿ ਜਾਂ ਤਾਂ ਕੁੜੀ ਲਿਆ ਕੇ ਦੇਵੋ, ਨਹੀਂ ਤਾਂ ਤੁਹਾਨੂੰ ਮਤਲਬ ਕਿ ਜੇਲ੍ਹ 'ਚ ਕਰ ਦੇਣਾ। ਉਹਨਾਂ ਨੇ ਪ੍ਰਦੀਪ ਉੱਤੇ ਮਤਲਬ ਅਰੈਸਟ ਵਾਰੰਟ ਵੀ ਜਾਰੀ ਹੋਏ ਸੀ। ਜਦੋਂ ਹੀ ਉਹਨਾਂ ਨੇ ਮਤਲਬ ਇਹ ਬਾਰੇ ਦੱਸਿਆ ਕਿ ਕੁੜੀ ਲਿਆ ਕੇ ਦਿਓ, ਨਹੀਂ ਤਾਂ ਤੁਹਾਨੂੰ ਅੰਦਰ ਕਰ ਦੇਣਾ। ਉਸੇ ਟਾਈਮ ਹੀ ਜਦੋਂ ਤਰੀਕ ਵਿੱਚੋਂ ਹੀ ਉਹ ਪ੍ਰਦੀਪ ਕੁਮਾਰ ਉੱਥੋਂ ਹੀ ਦੌੜ ਗਿਆ, ਐਟ ਏ ਟਾਈਮ ਹੀ ਮਤਲਬ ਕਿ ਉੱਥੋਂ ਚਲੇ ਗਿਆ। ਅਤੇ ਬਾਅਦ 'ਚ ਉਹਨਾਂ ਉੱਤੇ ਅਰੈਸਟ ਵਾਰੰਟ ਜਾਰੀ ਕੀਤੇ, ਤਾਂ ਪਰ ਫਿਰ ਥੋੜ੍ਹੇ ਕੁ 2 ਮਹੀਨੇ ਬਾਅਦ ਐਸਡੀਐਮ ਦੀ ਬਦਲੀ ਹੋ ਗਈ। ਇਹਨਾਂ ਨੇ ਫਿਰ ਕੋਰਟ ਵਿੱਚ ਰੀਅਪਲਾਈ ਕੀਤਾ, ਪਰ ਉਸ ਤੋਂ ਬਾਅਦ ਮਤਲਬ ਕਿ ਕੋਈ ਵੀ ਗੱਲਬਾਤ ਨਹੀਂ ਬਣੀ। ਫਿਰ ਕਰੋਨਾ ਦਾ ਟਾਈਮ ਆ ਗਿਆ ਅਤੇ ਸਾਰਾ ਲੋਕਡਾਊਨ ਲੱਗ ਗਿਆ। ਤੁਹਾਡੀ ਸਿਸਟਰ ਦੇ ਨਾਲ ਗੱਲਬਾਤ ਹੋਈ ਨੂੰ ਕਿੰਨਾ ਸਮਾਂ ਹੋ ਗਿਆ? ਤੁਹਾਨੂੰ ਪਤਾ ਸੀਗਾ ਵੀ ਇੰਨੇ ਸਾਲ ਤੋਂ ਉੱਥੇ ਰਹਿ ਰਹੀ, ਉਹ ਜਿਉਂਦੀ ਹੈ ਜਾਂ ਕਿੱਥੇ ਗਈ? ਉਹ ਕਿਉਂ ਨਹੀਂ ਤੁਹਾਡੇ ਨਾਲ ਗੱਲਬਾਤ ਕਰ ਪਾ ਰਹੀ? ਕਦੀ ਕੁੜੀ ਨੇ ਦੱਸਿਆ ਮੇਰੇ ਨਾਲ ਕੀ ਹੋ ਰਿਹਾ ਉੱਥੇ?
ਜਿੱਦਾਂ ਕਿ ਇਹ ਸੀ ਕਿ 2 ਸਾਲ ਤਾਂ ਜਿੱਦਾਂ ਮਤਲਬ ਗੱਲਬਾਤ ਹੁੰਦੀ ਰਹੀ ਕਿ ਠੀਕ ਆ, ਤੇ ਬਾਅਦ ਚ ਉਸ ਤੋਂ ਬਾਅਦ ਕਿਤੇ ਕਿਤੇ ਮਤਲਬ ਗੱਲ ਹੁੰਦੀ ਰਹੀ, ਤੇ ਜੇ ਕਿਤੇ ਮਤਲਬ ਕਿ ਉਹ ਇਦਾਂ ਸੀ, ਜਦੋਂ ਦਾਦੀ ਹੁੰਦੀ ਉਹ ਕੋਲ ਬਿਠਾ ਕੇ ਉਹਨੂੰ ਗੱਲ ਕਰਦੀ ਸੀ, ਕਰਾਉਂਦੀ ਸੀ ਸਾਡੇ ਨਾਲ ਕਿ ਕੁਝ ਗਲਤ ਨਾ ਦੱਸੇ ਕਿ ਘਰਦਿਆਂ ਨੂੰ। ਬਾਅਦ ਚ ਇਹ ਕਿਤੇ ਕੁਝ ਸਾਨੂੰ ਆਂਢੀਆਂ ਗੁਆਂਢੀਆਂ ਤੋਂ ਪਤਾ ਲੱਗਾ ਕਿ ਉਹ ਕੁੱਟਦੇ ਮਾਰਦੇ ਆ, ਕਿ ਕੁੜੀ ਨੂੰ ਜ਼ਿਆਦਾ ਹੀ ਮਤਲਬ ਕਿ ਟੋਰਚਰ ਜਿਹਾ ਕਰਦੇ ਆ। ਫਿਰ ਇਸ ਕਰਕੇ ਅਸੀਂ ਉਹਨੂੰ ਲੈਣ ਜਾਂਦੇ ਸੀ, ਪਰ ਉਹ ਆਉਣ ਨਹੀਂ ਦਿੰਦੀ ਸੀ ਉਹਨੂੰ, ਕਿ ਮਤਲਬ ਕਿ ਜ਼ਬਰਦਸਤੀ ਉੱਥੇ ਘਰੇ ਰੱਖਿਆ ਸੀ। ਅੱਛਾ, ਕੁੜੀ ਆਪ ਜਦੋਂ ਮਿਲਣ ਜਾਂਦੇ ਸੀ ਉਦੋਂ ਕੁੜੀ ਕਿੱਦਾਂ ਠੀਕ ਲੱਗਦੀ ਸੀ ਤੁਹਾਨੂੰ? ਉਹ ਕੋਈ ਗੱਲਬਾਤ ਕਰਦੀ ਸੀ? ਉਹ ਤਾਂ ਅੱਖਾਂ ਤੋਂ ਪਾਣੀ ਰੋਣ ਲੱਗ ਪੈਂਦੇ ਸੀ। ਜਿੱਦਾਂ ਆਪ ਚੱਲ ਜੇ ਨਾ, ਉਹਨਾਂ ਨੇ ਕੰਮ ਤੇ ਚੱਲ ਜੇ ਨਾ, ਤੇ ਉਹਨੂੰ ਕੁੜੀ ਨੂੰ ਮਤਲਬ ਕਿ ਅੰਦਰ ਜਿੰਦੇ ਜੁੰਦੇ ਲਾ ਕੇ ਚੱਲ ਜਾਣਾ। ਇੱਕ ਵਾਰ ਖਰੇ ਡੈਡੀ ਗਏ ਸੀ ਲੈਣ ਗਏ, ਉਹ ਘਰੇ ਉਹ ਜਨਾਨੀ ਹੈ ਨਹੀਂ ਸੀ, ਮਤਲਬ ਕਿ ਉਹ ਇਕੱਲੀ ਸੀ, ਤੇ ਉਹ ਮਤਲਬ ਬਾਲਕਨੀ 'ਚ ਆ ਕੇ ਮਿਲੀ ਕਿ ਮੈਨੂੰ ਇੱਦਾਂ ਕੁੱਟਦੇ ਮਾਰਦੇ ਆ, ਮੈਨੂੰ ਲੈ ਜਾ। ਤੇ ਅਗਲੇ ਦਿਨ ਜਦੋਂ ਡੈਡੀ ਲੈਣ ਗਏ, ਕਿ ਉਹਨੂੰ ਪਤਾ ਸੀ ਕਿ ਆਏ ਸੀ, ਜਿੱਦਾਂ ਉਹਨਾਂ ਦੇ ਕੈਮਰੇ ਕੁਮਰੇ ਲੱਗੇ ਸੀ, ਤੇ ਉਹ ਲੜਕੀ ਮੇਰੀ ਭੈਣ ਦੱਸਿਆ ਕਿ ਮੈਨੂੰ ਕੁੱਟਦੇ ਮਾਰਦੇ, ਮੈਨੂੰ ਆ ਕੇ ਲੈ ਜਾਓ। ਫਿਰ ਅਗਲੇ ਦਿਨ ਜਦੋਂ ਡੈਡੀ ਲੈਣ ਗਏ ਤੇ ਉਹਨੂੰ ਹੀ ਇਨਕਾਰ ਕਰਤਾ ਕਿ ਮੈਂ ਨਹੀਂ ਜਾਣਾ, ਇੱਦਾਂ ਉੱਦਾਂ ਪਤਾ ਨਹੀਂ ਕਿਸ ਗੱਲੋਂ ਇੰਨਾ। ਪਹਿਲਾਂ ਰੋ ਕੇ ਦੱਸਦੀ ਸੀ ਕਿ ਮੈਨੂੰ ਇੱਥੋਂ ਲੈ ਜਾਓ, ਮੈਨੂੰ ਕੁੱਟਦੇ ਮਾਰਦੇ ਆ, ਪਰ ਅਗਲੇ ਦਿਨ ਪਤਾ ਨਹੀਂ ਕੀ ਗੱਲ ਉਹਨੂੰ ਕਿਹਾ ਕਿ ਉਹ ਅਗਲੇ ਦਿਨ ਉਹ ਆਉਣਾ ਨਹੀਂ ਚਾਹੁੰਦੀ ਸੀ ਸਾਡੇ। ਅੱਛਾ, ਉਹ ਲੇਡੀ ਕੰਮਕਾਰ ਕੀ ਕਰਦੀ ਹੈ ਜਿਸ ਲੇਡੀ ਨੇ ਆਪਣੇ ਘਰ ਦੇ ਵਿੱਚ ਰੱਖਿਆ ਤੁਹਾਨੂੰ? ਤਾਂ ਕੀ ਕਰਦੀ ਹੈ ਜੀ, ਏਜੰਟੀ ਦਾ ਕੰਮ ਕਰਦਾ, 2 ਨੰਬਰ ਦੇ ਧੰਦੇ ਇਹਦੇ, ਹੋਰ ਤਾਂ ਕੁਝ ਨਹੀਂ ਹੈਗਾ। ਪਤਾ ਨਹੀਂ ਇੱਕ ਇਹਦੀ ਕੋਠੀ ਬਰਨਾਲੇ ਵੀ ਏਜੰਟੀ ਦਾ ਦਫ਼ਤਰ ਵੀ ਖੋਲਿਆ ਆ, ਇੱਕ ਆਦਮਪੁਰ ਕੋਠੀ ਆ, ਇੱਕ ਹੁਸ਼ਿਆਰਪੁਰ ਦਫ਼ਤਰ ਖੋਲਿਆ ਆ, ਤੇ ਕੰਮ ਇਹ ਰਹਿੰਦੀ ਕਿਰਾਏ ਤੇ ਆ, ਆਪਣੇ ਘਰ ਨਹੀਂ ਵੜਦੀ ਹੈਗੀ। ਵੀ ਪਤਾ ਵੀ ਲੋਕਾਂ ਨੇ ਕਬਜ਼ੇ ਕਰ ਲੈਣਾ ਕਿਸੇ ਨਾਲ, ਜਿਨ੍ਹਾਂ ਦਾ ਪੈਸਾ ਖਾ ਲੈਂਦੀ ਆ, ਉਹਨਾਂ ਦੇ ਹੱਥ ਨਹੀਂ ਆਉਂਦੀ। ਫਿਰ ਇਦਾਂ ਦੇ ਕੰਮ ਕਰਦੀ ਫਿਰ ਆ। ਤੁਹਾਨੂੰ ਪਤਾ ਕਿੱਦਾਂ ਲੱਗਾ ਕੁੜੀ ਦਾ ਵੀ ਕੁੜੀ ਜਿਉਂਦੀ ਹੈਗੀ ਹੈ? ਤੁਸੀਂ ਕਹਿੰਦੇ ਵੀ ਕਿੰਨੇ ਸਾਲ ਹੋ ਗਏ ਸੀ ਉੱਥੇ, ਤੁਹਾਡੇ ਮੇਲ ਵਰਤ ਵੀ ਨਹੀਂ ਹੋ ਰਿਹਾ ਸੀਗਾ ਕੋਈ? ਜਦੋਂ ਅਸੀਂ ਕੇਸ ਕੀਤਾ ਸੀ ਨਾ, ਮਤਲਬ ਕਿ ਉਹ ਤੋਂ ਅਸੀਂ ਕਿਹਾ ਸੀਗਾ ਵੀ ਇਹਨੇ ਕੁੜੀ ਲਾਂਭੇ ਕਰ ਦਿੱਤੀ ਹੈ। ਸਾਨੂੰ ਪਤਾ ਲੱਗਿਆ ਵੀ ਸ਼ਾਇਦ ਇਹਨੇ ਕੁੜੀ ਵੇਚ ਨਾ ਲਈ, ਉਹਦਾ ਪਾਸਪੋਰਟ ਵੀ ਬਣਿਆ ਸੀਗਾ, ਜਾਂ ਇਹਨੇ ਮਾਰ ਦਿੱਤੀ। ਉਹ ਤੋਂ ਫਿਰ 4-5 ਮਹੀਨੇ ਬਾਅਦ ਉਹਦਾ ਏਜੰਟੀ ਦਾ ਲਾਇਸੈਂਸ ਇਨਕੁਆਰੀ ਵਾਲੇ ਆਏ, ਤੇ ਉੱਥੋਂ ਸਾਨੂੰ ਪਤਾ ਲੱਗਿਆ ਵੀ ਕੁੜੀ ਹੈਗੀ ਆ। ਅੱਛਾ, ਜਿਹੜੀ ਲਾਇਸੈਂਸ ਬਣਾ ਰਹੇ ਸੀ ਉਹ ਕਿਹਦਾ ਲਾਇਸੈਂਸ ਸੀਗਾ ਔਰ ਕਿਸ ਚੀਜ਼ ਦਾ ਲਾਇਸੈਂਸ ਸੀਗਾ, ਔਰ ਉਹਦੀ ਇਨਕੁਆਇਰੀ ਕਿੱਥੇ ਆਈ ਸੀਗੀ, ਇਹ ਸਾਰਾ ਦੱਸ ਸਕਦੇ ਹੋ? ਹਾਂਜੀ ਹਾਂਜੀ, ਇਹ ਜਿੱਦਾਂ ਇਨਕੁਆਇਰੀ ਸਾਡੇ ਘਰੇ ਹੀ ਆਈ ਸੀ ਕਿ ਉਹਦੇ ਮਤਲਬ ਕੁੜੀ ਦੇ ਉਹਦੇ ਨਾਂ ਉੱਤੇ ਨਾ ਇੱਕ ਸੰਸਥਾ ਚਲਾਉਣੀ ਸੀ ਬਾਹਰ ਭੇਜਣ ਦੀ, ਤੇ ਉਹਦਾ ਲਾਇਸੈਂਸ ਚਾਹੀਦਾ ਸੀ, ਤਾਂ ਉਹਦੇ ਨਾਂ ਦੇ ਉੱਤੇ ਬਣਾਉਂਦੇ ਪਏ ਸੀ। ਕਿ ਉਹ ਲੜਕੀ ਇੰਨੀ ਕਾਫੀ ਪੜ੍ਹੀ ਲਿਖੀ ਨਹੀਂ, ਇੰਨੀ ਸਮਝਦਾਰ ਨਹੀਂ ਸੀ ਕਿ ਇੰਨਾ ਕੁਝ ਕਰ ਸਕਦੀ ਇਕੱਲੀ। ਤੇ ਸਾਨੂੰ ਫਿਰ ਇੱਦਾਂ ਸੀ ਕਿ ਅਸੀਂ ਜਦੋਂ ਆਏ ਕਹਿੰਦੇ ਇਨਕੁਆਇਰੀ ਕੈਂਸਲ ਨਹੀਂ ਹੋ ਸਕਦੀ। ਅਸੀਂ ਉਹਨਾਂ ਨੂੰ ਦੱਸਿਆ ਕਿ ਲੜਕੀ ਦਾ ਤਾਂ ਕੇਸ ਚੱਲਦਾ, ਉਹ 1.5 ਸਾਲ ਹੋ ਗਏ ਲਾਪਤਾ ਨੂੰ। ਉਹ ਕਹਿੰਦੇ ਅਸੀਂ ਇਸ ਚੀਜ਼ ਨੂੰ ਕੈਂਸਲ ਨਹੀਂ ਕਰ ਸਕਦੇ। ਉਹਨਾਂ ਨੇ ਫਿਰ ਮਤਲਬ ਕਿ ਇਹ ਜੋ ਵੀ ਸੀ ਨਾ ਸਾਰਾ ਕੁਝ ਲਿਖ ਕੇ ਮਤਲਬ ਕਿ ਲੈ ਗਏ ਕਿ ਕੁੜੀ ਦਾ ਕੇਸ ਚੱਲਦਾ। ਪਰ ਉਹਨਾਂ ਨੇ ਜਿੱਦਾਂ ਕਿ ਉਹਨਾਂ ਨੂੰ ਇਹ ਪਤਾ ਸੀ ਕਿ ਇਹ ਮਤਲਬ ਕਿ 2 ਨੰਬਰ ਦਾ ਕੁੜੀ ਦੇ ਨਾਂ ਉੱਤੇ ਕੰਮ ਕਰਨਾ, ਪਰ ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਕਿ ਉਹਦੇ ਉੱਤੇ, ਉਹ ਲੇਡੀ ਉੱਤੇ, ਕਿ ਇਹ ਜਿਹੜਾ ਲਾਇਸੈਂਸ ਕਰਦੇ ਪਏ ਆ ਨਾ, ਕੁੜੀ ਮਤਲਬ ਕਿ ਕੁੜੀ ਤਾਂ ਲਾਪਤਾ ਆ, ਪਰ ਇਹ ਮਤਲਬ ਕਿ ਪਤਾ ਨਹੀਂ ਕਿਹੜੇ ਨਾਂ ਤੋਂ ਮਤਲਬ ਕਿ ਲਾਇਸੈਂਸ ਬਣਾਉਂਦੇ ਪਏ ਆ। ਮਤਲਬ ਕਿ ਉਹਨਾਂ ਨੇ ਵੀ ਕੋਈ ਉਹਨਾਂ ਉੱਤੇ ਕਾਰਵਾਈ ਨਹੀਂ ਕੀਤੀ। ਅੱਛਾ, ਕੁੜੀ ਦਾ ਪਾਸਪੋਰਟ ਵੀ ਬਣਾਇਆ ਸੀ ਉਹਨਾਂ ਨੇ, ਕੋਈ ਪਹਿਲਾਂ ਦਾ ਬਣਾਇਆ, ਤੁਸੀਂ ਬਣਾਇਆ? ਉਹਦੀ ਇਨਕੁਆਇਰੀ ਕਿੱਥੇ ਆਈ ਸੀ? ਉਹਦੀ ਜਿੱਦਾਂ ਇਨਕੁਆਇਰੀ, ਉਹ ਜਿੱਦਾਂ ਨਾ ਸ਼ੁਰੂ 'ਚ 2 ਸਾਲ ਮਿਲਦੇ ਵਰਤਦੇ ਰਹੇ ਨਾ, ਉਦੋਂ ਨਾ ਉਹਨੇ ਸਾਰਾ ਹੀ ਜਿੱਦਾਂ ਹੌਲੀ ਕਰਦੇ ਨਾ ਮਤਲਬ ਕਿ ਉਹਦੇ ਸਾਰੇ ਕਾਗਜ਼ ਇਕੱਠੇ ਕਰ ਲਏ, ਕਿ ਉਹਨੇ ਆਪਣੇ ਕੋਲ ਰਖਾ ਲਿਆ ਕਿ ਮੈਂ ਜਦੋਂ ਬਾਹਰ ਜਾਣਾ ਮੈਂ ਇਹਨੂੰ ਨਾਲ ਲੈ ਜਾਊਂਗੀ। ਇੱਦਾਂ ਮਤਲਬ ਕਿ ਉਹਨੂੰ ਦਿਲਾਸੇ ਜਿਹੇ ਦਿੰਦੀ ਰਹੀ, ਤੇ ਮਤਲਬ ਕਿ ਉਹਦੇ ਸਾਰੇ ਕਾਗਜ਼ ਮਤਲਬ ਕਿ ਉਹਦਾ ਮਤਲਬ ਪਾਸਪੋਰਟ ਸਾਰਾ ਕੁਝ ਬਣਾ ਕੇ ਨਾ ਆਪਣੇ ਕੋਲ ਰੱਖ ਲਿਆ ਉਹਨੇ, ਕਾਗਜ਼ ਪੱਤਰ ਸਾਰੇ ਉਹਦੇ ਕੋਲ ਹੀ ਆ। ਤੇ ਇਸ ਕਰਕੇ ਮਤਲਬ ਕਿ ਉਹਨੂੰ ਸਾਨੂੰ ਲੱਗਦਾ ਸੀ ਕਿ ਸ਼ਾਇਦ ਖਰੇ ਬਾਹਰ ਤਾਂ ਨਹੀਂ ਵੇਚਤੀ, ਇਸ ਕਰਕੇ ਇਹ ਥੋੜ੍ਹੀ ਇਨਕੁਆਇਰੀਆਂ ਕਰਾਈਆਂ ਸੀ, ਪਰ ਉਸ ਵੇਲੇ ਉਹ ਕੁਝ ਨਹੀਂ ਨਿਕਲਿਆ। ਅੱਛਾ, ਹੁਣ ਪਤਾ ਤੁਹਾਨੂੰ ਹੈ ਕਿੱਥੇ ਹੈ ਤੁਹਾਡੀ ਧੀ? ਸਾਨੂੰ ਤਾਂ ਇੰਨਾ ਪਤਾ ਆ ਵੀ ਬਰਨਾਲੇ ਹੈਗੀ ਆ। ਮਤਲਬ ਕਿ ਉੱਥੋਂ ਇਨਕੁਆਇਰੀ ਆਈ ਸੀ, ਹੁਣ ਇਹ ਨਹੀਂ ਕਹਿ ਸਕਦੇ ਕਿ ਉੱਥੇ ਪੱਕੀ ਆ, ਕਿ ਉੱਥੋਂ ਇਨਕੁਆਇਰੀ ਆਈ ਸੀ, ਕਿ ਉੱਥੋਂ ਮਾਰਕ ਹੋ ਕੇ ਆਈ ਸੀ ਇਨਕੁਆਇਰੀ, ਕਿ ਬਰਨਾਲੇ ਤੋਂ ਆਈ ਸੀ ਇਨਕੁਆਇਰੀ। ਤਪੇ ਆ ਮਤਲਬ ਪਿੰਡ ਆ, ਤਪਾ ਪਿੰਡ ਖਰੇ ਸ਼ਹਿਰ ਆ ਤਪਾ, ਉੱਥੋਂ ਇਨਕੁਆਇਰੀ ਆਈ ਸੀ ਕਿ ਇੱਥੋਂ ਇਨਕੁਆਇਰੀ ਆਈ। ਫਿਰ ਅਸੀਂ ਕਿਹਾ ਸ਼ਾਇਦ ਉੱਥੇ ਹੋਊਗੀ, ਜਦੋਂ ਉੱਥੇ ਪੁੱਛ ਗਿੱਛ ਕੀਤੀ ਉੱਥੇ ਵੀ ਕੁਝ ਪਤਾ ਨਹੀਂ ਚੱਲਿਆ। ਦਰਸ਼ਕਾਂ ਨੂੰ ਦੱਸ ਦਵਾਂ ਵੀ ਇਹ ਕਿੱਡੀ ਗੰਭੀਰ ਇਹ ਗੱਲ ਹੈਗੀ ਹੈ। ਬੇਸ਼ੱਕ ਇਹਦੇ ਉੱਤੇ ਗੌਰ ਨਹੀਂ ਕੀਤਾ ਜਾ ਰਿਹਾ। ਇਹ ਦੋਨੋਂ ਬਾਪ ਬੇਟਾ ਦਰ ਦੀਆਂ ਠੋਕਰਾਂ ਖਾ ਰਹੇ ਨੇ ਆਪਣੀ ਧੀ ਨੂੰ, ਆਪਣੀ ਭੈਣ ਨੂੰ ਮਿਲਣ ਦੇ ਲਈ। ਇਹ ਭਰਾ ਦਰ ਦੀਆਂ ਠੋਕਰਾਂ ਖਾ ਰਿਹਾ। ਪਰ ਵੱਡੀ ਗੱਲ ਜਿਹੜਾ ਖੁਲਾਸਾ ਕੀਤਾ ਇਹਨਾਂ ਦੇ ਵੱਲੋਂ ਵੀ ਇਹਨਾਂ ਦੀ ਧੀ ਦੇ ਨਾਂ ਦੇ ਉੱਤੇ ਇੱਕ ਅਜਿਹਾ ਲਾਇਸੈਂਸ ਅਪਲਾਈ ਕੀਤਾ ਗਿਆ ਜਿਹੜਾ
ਇੰਡੀਆ ਤੋਂ ਵਿਦੇਸ਼ਾਂ ਨੂੰ ਨੌਜਵਾਨਾਂ ਨੂੰ ਭੇਜਦਾ ਜਾਂ ਮੁੰਡੇ ਕੁੜੀਆਂ ਨੂੰ ਭੇਜਦਾ ਜਾਂ ਬਜ਼ੁਰਗਾਂ ਨੂੰ ਭੇਜਦਾ ਜਾਂ ਇਮੀਗ੍ਰੇਸ਼ਨ ਆਫਿਸ ਕਹਿ ਲਈਏ ਜਿਸ ਤਰੀਕੇ ਦਾ, ਜਿੱਥੇ ਲੋਕਾਂ ਦੇ ਵੀਜ਼ੇ ਲਗਵਾਉਣ ਦੇ ਦਾਅਵੇ ਕੀਤੇ ਜਾਂਦੇ ਨੇ, ਉਹਦਾ ਕਾਰਨ ਇਹ ਸਮਝਦੇ ਨੇ ਵੀ ਇਹ ਸੀਗਾ ਵੀ ਕੱਲ੍ਹ ਖਲੋਤੇ ਜੇ ਕਿਤੇ 2 ਨੰਬਰ ਦੇ ਵਿੱਚ ਕਿਸੇ ਦਾ ਪੈਸਾ ਖਾਧਾ ਗਿਆ, ਕਿਸੇ ਦੇ ਬੱਚੇ ਨੂੰ ਕੋਈ ਹਵੀ ਨਵੀ ਹੋਈ ਤਾਂ ਪਰਚਾ ਦਰਜ ਹੋਊਗਾ, ਕਾਰਵਾਈ ਹੋਊਗੀ ਜਿਹਦੇ ਨਾਂ ਦੇ ਉੱਤੇ ਲਾਇਸੈਂਸ ਹੈ। ਅਤੇ ਲਾਇਸੈਂਸ ਕਿਹਦੇ ਨਾਂ ਦੇ ਉੱਤੇ ਅਪਲਾਈ ਕੀਤਾ ਜਾ ਰਿਹਾ ਸੀਗਾ? ਇਹਨਾਂ ਦੀ ਧੀ ਦੇ ਨਾਂ ਦੇ ਉੱਤੇ। ਘਰ ਦੇ ਹਾਲਾਤ ਤੁਸੀਂ ਦੇਖੇ, ਤਸਵੀਰਾਂ ਦੇਖੀਆਂ, ਤਰਪਾਲ ਪਾਇਆ ਹੋਇਆ, ਇੱਕ ਕਮਰਾ ਹੈ ਔਰ ਤਰਪਾਲ ਵੀ ਥਾਂ ਥਾਂ ਤੋਂ ਚੋਂਦਾ ਹੈ। ਬਾਹਰ ਬਾਰਿਸ਼ ਲੱਗੀ ਹੈ ਤਾਂ ਅਜੇ ਵੀ ਟਿਪ 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 ਪਾਣੀ ਇਸ ਕਮਰੇ ਦੇ ਵਿੱਚ ਡਿੱਗ ਰਿਹਾ ਹੈ। ਪਤਾ ਨਹੀਂ ਕਿੱਥੋਂ ਇਹ ਤਰਪਾਲ ਚੋ ਜਾਣਾ ਹੈ, ਪਰ ਇਹਨਾਂ ਦੀ ਧੀ ਏਜੰਟ ਹੀ ਕਰੇਗੀ। ਦੇਖੋ ਕਿੱਡੀ ਵੱਡੀ ਮਾਨਵ ਤਸਕਰੀ ਦਾ ਇਹ ਮਾਮਲਾ ਹੈਗਾ ਵੀ ਇਹਨਾਂ ਦੀ ਧੀ ਦੇ ਨਾਂ ਦੇ ਉੱਤੇ ਕਿਵੇਂ ਲੋਕਾਂ ਨੂੰ ਠੱਗਿਆ ਜਾਣਾ ਸੀ ਔਰ ਕਿਸ ਤਰੀਕੇ ਦੇ ਜਾਲ ਲੋਕਾਂ ਦੇ ਸਾਹਮਣੇ ਵਿਛਾਏ ਜਾਣੇ ਸੀ। ਲੋਕਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਲੋਕਾਂ ਦੇ ਨਾਲ ਠੱਗੀ ਵੀ ਕੀਤੀ ਜਾ ਸਕਦੀ ਸੀ, ਪਰ ਜਦੋਂ ਕਾਰਵਾਈ ਦੀ ਗੱਲ ਆਉਣੀ ਸੀ ਤਾਂ ਇਹਨਾਂ ਦੀ ਧੀ ਹਰਪ੍ਰੀਤ ਕੌਰ ਦੇ ਨਾਂ ਦੇ ਉੱਤੇ ਪਰਚਾ ਦਰਜ ਹੋਣਾ ਸੀ। ਹਾਲਾਂਕਿ ਇਨਕੁਆਇਰੀ ਆਈ ਤਾਂ ਇਹਨਾਂ ਨੇ ਸਾਰਾ ਸੱਚ ਉਹਨਾਂ ਇਨਕੁਆਇਰੀ ਅਫਸਰਾਂ ਦੇ ਸਾਹਮਣੇ ਰੱਖਿਆ। ਦਿਲਾਸਾ ਉਹਨਾਂ ਦੇ ਵੱਲੋਂ ਵੀ ਇਹੀ ਦਿੱਤਾ ਗਿਆ ਵੀ ਇਹ ਵਾਕਈ ਫਰਾਡੀ ਹੈ, ਅਸੀਂ ਇੱਥੇ ਕਾਰਵਾਈ ਕਰਾਂਗੇ, ਪਰ ਕਾਰਵਾਈ ਇਹਨਾਂ ਤੋਂ ਜਾਣਦੇ ਆ ਹੋਈ ਕੋਈ ਕਾਰਵਾਈ ਅਜੇ ਤੱਕ? ਕਾਰਵਾਈ ਕੋਈ ਨਹੀਂ ਹੋਈ। ਜਿੱਦਾਂ ਉਹ ਕਹਿੰਦੇ ਕਿ ਅਸੀਂ ਉਹਨਾਂ ਉੱਤੇ ਕੇਸ ਹੋਊਗਾ, ਪਰ ਹਲੇ ਤੱਕ ਕੋਈ ਵੀ ਪਤਾ ਨਹੀਂ ਲੱਗਿਆ ਕਿ ਉਹਨਾਂ ਉੱਤੇ ਕੋਈ ਕੇਸ ਹੋਇਆ ਵੀ ਹੈ ਕਿ ਨਹੀਂ। ਮਤਲਬ ਕਿ ਉਹਨਾਂ ਨੇ ਵੀ ਕੁਝ ਕੀਤਾ ਨਹੀਂ ਹੈਗਾ ਕਿ ਉਹਨਾਂ ਦੇਖਿਆ ਜਾਵੇ ਕਿ ਉਹ ਗਲਤ ਕੰਮ ਕਰਦੇ ਪਏ ਆ, ਕਿ ਕੁਝ ਕੀਤਾ ਜਾਵੇ, ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਉੱਤੇ। ਅੱਛਾ ਸੋਮਪਾਲ ਜੀ, ਕੌਣ ਕੌਣ ਹੈ ਪਰਿਵਾਰ ਦੇ ਵਿੱਚ, ਕਿੰਨੇ ਜੀ ਹੋ? ਅਸੀਂ ਤਾਂ 4 ਜੀ ਹਾਂ ਜੀ ਇਸ ਵੇਲੇ। ਤਿੰਨ ਮੇਰੀ ਬੇਟੀਆਂ, 2 ਅਸੀਂ ਹਾਂ। 5 ਪਤਨੀ ਜੀ, ਤੁਹਾਡੀ? 5 ਨਹੀਂ ਜੀ, ਪਤਨੀ ਨਹੀਂ ਹੈਗੀ। ਤੇ ਧੀਆਂ 2 ਵਿਆਹੀਆਂ ਨੇ? ਇੱਕ ਵਿਆਹੀ ਹੈ, ਦੂਸਰੀ ਕਿੱਥੇ? ਦੂਸਰੀ ਬੰਗਲੌਰ ਹੈ, ਤੀਸਰੀ ਇਹਨੇ ਗਾਬਤੇ ਕੀਤੀ ਹੈ। ਕੀ ਲੱਗਦਾ ਤੁਹਾਡੀ ਧੀ ਨੂੰ ਬੰਦਕ ਬਣਾਇਆ ਗਿਆ ਹੈ? ਬੰਦਾ ਕੀ ਉਸ ਤੋਂ ਬੰਦੂਆ ਮਜ਼ਦੂਰੀ ਕਰਵਾਈ ਜਾ ਰਹੀ? ਹਾਂ ਬਸ ਇਹ ਹੀ ਹੈ ਜੀ, ਬੰਦਕ ਬਣਾਇਆ, ਉਹਨੂੰ ਪਤਾ ਨਹੀਂ ਕਿੱਥੇ ਲਾਪਤਾ ਕਰ ਦਿੱਤੀ ਹੈ ਕਿ ਉਹ ਤਾਂ ਮਜ਼ਦੂਰੀ ਕਰਾ ਕੇ ਆਪ ਖਾਣ ਡਈ ਹੈ। ਉਹਨਾਂ ਨੇ ਇਹ ਵੀ ਸੀ ਕਿ ਜਿੱਦਾਂ ਅਸੀਂ ਪਹਿਲਾਂ ਤਾਂ ਮਿਲਦੇ ਵਰਤਦੇ ਰਹੇ, ਜਿੱਦਾਂ ਅਸੀਂ 2-3 ਮਹੀਨੇ ਦੇ ਪੈਸੇ ਉਹਦੇ ਕੋਲੋਂ ਲਏ, ਉਹ ਬਾਅਦ 'ਚ ਉਹਦੇ ਮਤਲਬ ਕਿ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਉਂਦੇ ਰਹੇ ਕਿ ਮਤਲਬ ਕਿ ਸਾਨੂੰ ਵੀ ਪਤਾ ਸੀ ਕਿ ਪੈਸੇ ਤਾਂ ਜਮ੍ਹਾਂ ਹੁੰਦੇ ਆ। ਬਾਅਦ ਵਿੱਚ ਜਿੱਦਾਂ ਉਹਦਾ ਅਕਾਊਂਟ ਦੇਖਿਆ, ਉਹਦੇ ਅਕਾਊਂਟ 'ਚ ਕੋਈ ਵੀ ਪੈਸਾ ਨਹੀਂ ਸੀ। ਮਤਲਬ ਕਿ ਸਾਰੇ ਜਿੱਦਾਂ ਪੈਸੇ ਜਦੋਂ ਪਤਾ ਲੱਗ ਗਿਆ ਕਿ ਆਹ ਕੰਮ ਹੋਣਾ, ਉਹਨੇ ਸਾਰੇ ਮਤਲਬ ਉਹਦੇ ਅਕਾਊਂਟ 'ਚ ਜਿੰਨੇ ਵੀ ਪੈਸੇ ਉਹ ਸਾਡੇ ਮਤਲਬ ਕਿ ਪਹਿਲੋਂ ਵੀ ਉਹਦੇ ਪੈਸੇ ਕੁਝ ਹੈਗੇ ਸੀ 10-15 ਹਜ਼ਾਰ ਰੁਪਇਆ ਮਤਲਬ ਉਹਦੇ ਅਕਾਊਂਟ 'ਚ, ਉਹ ਵੀ ਪੈਸੇ ਸਾਰੇ ਕਢਾ ਲਏ। ਮਤਲਬ ਕਿ ਕੁਝ ਵੀ ਉਹਦੇ ਅਕਾਊਂਟ ਮਤਲਬ ਇਸ ਟਾਈਮ ਖਾਲੀ ਪਿਆ ਆ। ਅਸੀਂ ਅਦਰ ਸਟੇਟਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਅਜਿਹੀਆਂ ਕਹਾਣੀਆਂ ਸੁਣੀਆਂ ਹੋਊਗੀਆਂ ਵੀ ਬੱਚਿਆਂ ਦੇ ਕੋਲੋਂ ਬੰਦੂਆ ਮਜ਼ਦੂਰੀ ਕਰਵਾ ਕੇ ਉਹਨਾਂ ਦੇ ਪੈਸੇ ਗਬਨ ਕਰ ਲਏ ਜਾਂਦੇ ਆ, ਉਹਨਾਂ ਨੂੰ ਸਾਰੀ ਉਮਰ ਤਸੀਹੇ ਦੇ ਕੁੱਟਿਆ ਜਾਂਦਾ। ਫਿਲਮਾਂ ਦੇ ਵਿੱਚ ਦੇਖਦੇ ਸੀਗੇ, ਪਰ ਇਹ ਪੰਜਾਬ ਦੀ ਕਹਾਣੀ ਹੈ। ਪੰਜਾਬ ਦੇ ਪਿੰਡ ਮੁਚਰੋਵਾਲ ਦੀ ਕਹਾਣੀ ਹੈ, ਜਿੱਥੇ ਇੱਕ ਧੀ ਨੂੰ ਬੰਦਕ ਬਣਾਉਣ ਦੇ ਇਲਜ਼ਾਮ ਲੱਗ ਰਹੇ ਨੇ ਔਰ ਉਸ ਦੀ ਕਮਾਈ ਖਾਧੀ ਜਾ ਰਹੀ ਹੈ। ਔਰ ਵੱਡੀ ਗੱਲ ਹੈ, ਮਾਨਵ ਤਸਕਰੀ ਦੇ ਨਾਲ ਉਸਦਾ ਨਾਂ ਜੋੜਿਆ ਜਾ ਰਿਹਾ। ਕੋਈ ਵੀ ਹਵੀ ਨਵੀ ਹੁੰਦੀ ਹੈ ਤਾਂ ਧੀ ਦੇ ਉੱਤੇ ਕੀ ਕਾਰਵਾਈ ਹੋਵੇਗੀ ਜੇਕਰ ਉਹ ਲਾਇਸੈਂਸ ਬਣ ਜਾਂਦਾ? ਕੀ ਲੱਗਦਾ ਹੈ ਕਿੰਨੇ ਕੁ ਸਾਲ ਹੋ ਗਏ, ਕਿੰਨਾ ਚਿਰ ਹੋ ਗਿਆ ਦਰ ਠੋਕਰਾਂ ਖਾ ਰਹੇ ਹੋ, ਇਨਸਾਫ ਦੀ ਗੁਹਾਰ ਲਗਾ ਰਹੇ ਹੋ, ਇਨਸਾਫ ਮਿਲ ਰਿਹਾ? 8-9 ਸਾਲ ਦਾ ਉਹਨੂੰ ਮਤਲਬ ਕਿ ਉਹਦੇ ਪੈਸੇ ਵੀ ਖਾ ਲਏ ਉਹਨੂੰ, ਤੇ ਪਤਾ ਨਹੀਂ ਉਹ ਕਿਸ ਹਾਲਤ 'ਚ ਹੈਗੀ ਹੈ। ਇਸ ਬਾਪ ਦੇ ਹੰਝੂ ਤੁਸੀਂ ਮਹਿਸੂਸ ਕਰ ਸਕਦੇ ਹੋ ਵੀ ਜਿਸ ਧੀ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ, ਪੜ੍ਹਾਇਆ ਲਿਖਾਇਆ, ਆਪ ਮਜ਼ਦੂਰੀ ਕੀਤੀ, ਉਸ ਨੂੰ ਪੜ੍ਹਾਇਆ, ਬਜ਼ੁਰਗ ਹੋ ਗਏ ਮਜ਼ਦੂਰੀ ਕਰਦੇ ਵੀ ਮੇਰੀ ਧੀ ਪੜ੍ਹ ਲਿਖ ਜਾਵੇਗੀ, ਆਪਣੇ ਪੈਰਾਂ 'ਤੇ ਖੜੀ ਹੋ ਜਾਵੇਗੀ। ਪਰ ਸਾਡੇ ਲੋਕ ਕਿਸ ਕਦਰ ਇਨਸਾਨੀਅਤ ਮਰ ਚੁੱਕੀ ਹੈ, ਇਹ ਹੰਝੂ ਖੁਦ ਬਿਆਨ ਕਰ ਰਹੇ ਨੇ। ਤੁਹਾਡੇ ਦਰਦ ਨੂੰ ਸਮਝ ਸਕਦੇ ਹਾਂ ਆਪਾਂ। ਬਹੁਤ ਸਾਰੇ ਲੋਕ ਨੇ ਜੋ ਸਿਰਫ ਪੈਸੇ ਦਾ ਲਾਲਚ ਕਰਦੇ ਨੇ, ਇਨਸਾਫ ਦੇਣ ਦੀ ਬਜਾਏ ਪੈਸੇ ਦੇ ਮਗਰ ਲੱਗ ਜਾਂਦੇ ਨੇ। ਆਪਾਂ ਤੁਹਾਡਾ ਦਰਦ ਮਹਿਸੂਸ ਕਰ ਸਕਦੇ ਹਾਂ। ਲੋਕਾਂ ਨੂੰ ਦੱਸੋ ਜੋ ਤੁਹਾਡੇ ਨਾਲ ਹੋਇਆ, ਉਹ ਮੈਂ ਚਾਹੂੰਗਾ ਉਹ ਲੋਕ ਸੁਣਨ, ਲੋਕ ਅਜਿਹੇ ਲੋਕਾਂ ਤੱਕ ਕਾਰਵਾਈ ਦੇ ਲਈ ਅੱਗੇ ਵੀ ਆਉਣ। ਤੁਹਾਨੂੰ 1.5 ਸਾਲ ਹੀ ਹੋ ਗਿਆ ਜੀ, ਮਤਲਬ ਕਿ ਸਾਰੇ ਪਾਸੇ ਦਰ ਤੋਂ ਠੋਕਰਾਂ ਖਾਧੀਆਂ, ਬੜੀ ਜਗ੍ਹਾ ਗਏ, ਕੋਈ ਵੀ ਇੱਦਾਂ ਦੀ ਨਹੀਂ, ਉੱਚ ਤੋਂ ਉੱਚ ਤੇ ਘਰ ਹੀ ਤੱਕ ਗਏ। ਮਤਲਬ ਕਿ ਸਾਰੇ ਇੱਦਾਂ ਦੀ ਕੋਈ ਜਗ੍ਹਾ ਨਹੀਂ ਛੱਡੀ ਕਿ ਅਸੀਂ ਜਿੱਥੇ ਨਹੀਂ ਗਏ। ਸਾਨੂੰ ਜਿੱਥੇ ਪਤਾ ਲੱਗਦਾ ਸੀ ਕਿ ਮਤਲਬ ਕਿ ਕੁਝ ਨਾ ਕੁਝ ਹੈਲਪ ਹੋਊਗੀ, ਅਸੀਂ ਜਾਈਦਾ ਸੀ, ਸਾਡੀ ਗੱਲਬਾਤ ਸੁਣਦੇ ਸੀ। ਇੱਕ ਵਾਰ ਜਿੱਦਾਂ ਗੱਲਬਾਤ ਸੁਣਦੇ ਸੀ, ਜਦੋਂ ਦੂਜਾ ਪੱਖ ਹੁੰਦਾ ਸੀ, ਨਾ ਤਾਂ ਸਾਨੂੰ ਬੁਲਾਇਆ ਜਾਂਦਾ ਸੀ, ਨਾ ਤਾਂ ਕੋਈ ਕਾਰਵਾਈ ਹੁੰਦੀ ਸੀ। ਕਿ ਮਤਲਬ ਕਿ ਬਹੁਤ ਜ਼ਿਆਦਾ ਹੀ ਕਿ 1.5 ਸਾਲ ਹੋ ਗਏ ਸਾਨੂੰ, ਕਿ ਉਹ ਕੋਈ ਜਗ੍ਹਾ ਨਹੀਂ ਛੱਡੀ ਕਿ ਜਿੱਥੇ ਨਹੀਂ ਗਏ, ਕਿ ਸਾਨੂੰ ਕੋਈ ਵੀ ਹੈਲਪ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ, ਕਿ ਸਾਨੂੰ ਨਾ ਕੁੜੀ ਬਾਰੇ ਦੱਸਿਆ ਗਿਆ, ਨਾ ਕੋਈ ਵੀ ਪਤਾ ਨਹੀਂ ਕੀਤਾ ਕਿਸੇ ਨੇ ਵੀ, ਕੋਈ ਵੀ। ਸਾਰੇ ਵੱਡੇ ਅਫਸਰਾਂ ਤੱਕ ਪਹੁੰਚ ਗਏ। ਕੀ ਲੱਗਦਾ ਕਿਸ ਹਾਲਤ 'ਚ ਹੋਊਗੀ ਭੈਣ ਤੁਹਾਡੀ?
ਹੁਣ ਉਹੀ ਤਾਂ ਇਹੀ ਤਾਂ ਸਭ ਕੁਝ ਪਤਾ ਕਰਨ ਦੀ ਕੋਸ਼ਿਸ਼ ਕਰਦੇ ਪਏ, ਕੋਈ ਪਤਾ ਨਹੀਂ ਚੱਲਦਾ ਪਿਆ ਕਿ ਇਸ ਟਾਈਮ ਕਿਸ ਹਾਲਤ ਵਿੱਚ ਹੋਊਗੀ। ਮਰ ਗਈ ਆ ਜਿੰਦੀ ਆ ਉਹਦਾ ਕੋਈ ਪਤਾ ਨਹੀਂ ਇਸ ਵੇਲੇ, ਜਾਂ ਮਰ ਗਈ ਆ ਜਿੰਦੀ ਆ, ਕਿਤੇ ਕਿੱਥੇ ਹੈਗੀ ਕਿੱਥੇ ਨਹੀਂ। ਬੜਾ ਔਖਾ ਪਾਲਿਆ ਹੋਊਗਾ ਬੱਚਿਆਂ ਨੂੰ, ਵੱਡੇ ਕੀਤਾ, ਪੜਾਇਆ ਵੀ। ਆਹੋ ਜੀ, ਮਾਂ-ਬਾਪ ਨੇ ਤਾਂ ਹੁਣ ਦੇਖੋ ਜੀ ਪਾਲਣਾ ਹੀ ਆ, ਉਹਨਾਂ ਨੇ ਤਾਂ ਵੱਡੇ ਕਰਨਾ, ਉਹਨਾਂ ਨੇ ਵਿਆਹ ਵੀ ਕਰਨਾ, ਉਹਨਾਂ ਦਾ ਦੁੱਖ ਸੁੱਖ ਸਾਰਾ ਮਾਂ-ਬਾਪ ਨੇ ਦੇਖਣਾ। ਹੁਣ ਕਿੱਥੇ ਤੱਕ ਸਟੇਟਸ ਕੀ ਹੈ ਕੇਸ ਦਾ? ਕੋਈ ਮਦਦ ਲਈ ਪਿੰਡ ਦੀ ਪੰਚਾਇਤ, ਕੋਈ ਆਂਢ ਗੁਆਂਢ ਕੋਈ ਮਦਦ ਕਰ? ਨਾ ਪਿੰਡ ਦੀ ਪੰਚਾਇਤ ਗਈ ਆ, ਨਾ ਕੋਈ ਸਾਡੇ ਨਾਲ ਪਿੰਡ ਦਾ ਬੰਦਾ ਕੋਈ ਵੀ ਨਹੀਂ ਨਾਲ ਤੁਰਿਆ। ਸਰਪੰਚ ਨੂੰ ਵੀ ਕਿਹਾ ਸੀਗਾ, ਇਹ ਵੀ ਨਹੀਂ ਗਿਆ ਹੈਗਾ, ਉਹਨੂੰ ਸਰਪੰਚ ਨੂੰ ਵੀ ਮਨਾ ਕਰ ਦਿੱਤੀ, ਕਹਿੰਦੇ ਉੱਥੇ ਨਾ ਜਾਇਓ। ਪਰ ਸਾਡੇ ਕਿਸੇ ਸੁਣਾ ਨਹੀਂ ਹੋਏਗੀ, ਪਿੰਡ ਦਾ ਵੀ ਸਾਰੇ ਬੰਦੇ ਕਿਸੇ ਕੰਮ ਦੇ ਨਹੀਂ ਹੈਗੇ। ਕੋਈ ਵੀ ਪੰਚਾਇਤ ਸਾਡੇ ਨਾਲ ਨਹੀਂ ਮਦਦ ਤੁਰੀ ਆ, ਕਿ ਆਪਣਾ ਹੀ ਸਵਾਰਥ ਦੇਖਦੀ ਆ, ਕਿ ਸਾਡੇ ਨਾਲ ਕੋਈ ਪੰਚਾਇਤ ਨਹੀਂ ਪਿੰਡ ਦੀ ਤੁਰੀ ਹੈਗੀ ਆ ਕਿ ਕੋਈ ਵੀ ਹੈਲਪ ਕਰਾਂਗੇ। ਕਿਸੇ ਨੇ ਵੀ ਬਸ ਦਿਲਾਸੇ ਹੀ ਦਿੱਤੇ, ਕੋਈ ਵੀ ਨਾ ਕੋਈ ਨਾਲ ਖੜਾ ਨਾ ਗਿਆ ਕੋਈ, ਮਤਲਬ ਕਿ ਆਪਣਾ ਹੀ ਸਵਾਰਥ ਦੇਖਦੇ ਸਾਰੇ। ਯਾਦ ਆਉਂਦੀ ਹੈ ਆਪਣੀ ਧੀ ਦੀ? ਬਚਪਨ 'ਚ ਖੜਾਇਆ ਹੋਊਗਾ, ਪਾਲਿਆ। ਜੀ ਯਾਦ ਤਾਂ ਆਉਂਦੀ ਆ ਸਾਰਿਆਂ ਨੂੰ, ਬੱਚੇ ਨੂੰ ਆਪਣਾ ਕਿਉਂ ਨਹੀਂ ਯਾਦ ਆਉਂਦੀ ਹੈਗੀ। ਉਹ ਤਾਂ ਆਪਣੇ ਬੱਚੇ ਸਾਰਿਆਂ ਨੂੰ ਯਾਦ ਆਉਂਦੇ, ਕੌਣ ਛੱਡਦਾ ਆਪਣੇ ਬੱਚੇ ਨੂੰ, ਕੋਈ ਧੱਕਾ ਥੋੜਾ ਹੀ ਦਿੰਦਾ ਚੋ। ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? 2 ਜਣੇ ਰਹਿੰਦੇ ਹੋ ਹੁਣ ਇਸ ਕਮਰੇ ਦੇ ਵਿੱਚ? ਹਾਂ ਜੀ, 2 ਹੀ ਆ ਬਸ, ਹੋਰ ਇੱਥੇ ਕੋਈ ਨਹੀਂ ਹੈਗਾ ਆਪਣੇ ਕੋਲ। ਗੁਜ਼ਾਰਾ ਇਦਾਂ ਹੀ ਆ ਜੀ, ਆਪਣਾ ਕਿਤੇ ਦਿਹਾੜੀ ਮਿਲ ਗਈ ਤਾਂ ਰੋਟੀ ਕਮਾ ਲਈਦੀ ਹੈ, ਨਹੀਂ ਤਾਂ ਆਪਣੇ ਘਰ ਬੈਠੇ ਰਹੀਦਾ। ਭੁੱਖੇ ਸੌਣਾ ਪੈਂਦਾ? ਹਾਂ ਜੀ, ਹੋਰ ਕੀ ਆ, ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਦੀਦਾ ਆ। ਕਦੀ ਕੋਈ ਸਰਕਾਰੀ ਮਦਦ ਆਈ ਹੋਵੇ? ਕਦੀ ਕਿਸੇ ਨੇ ਰਾਸ਼ਨ ਹੀ ਲਿਆ ਕੇ ਦਿੱਤਾ ਹੋਵੇ? ਰਾਸ਼ਨ ਤਾਂ 1-2 ਵਾਰੀ ਮਿਲਿਆ, ਬਾਕੀ ਕੋਈ ਰਾਸ਼ਨ ਨਹੀਂ ਮਿਲਿਆ ਹੈਗਾ ਜੀ। ਉਹ ਤਾਂ ਮੰਨਦੇ ਆ ਕਿ ਸਰਕਾਰ ਨੇ ਜਦੋਂ ਸ਼ੁਰੂ 'ਚ ਲਾਕਡਾਊਨ ਲੱਗਾ ਉਦੋਂ ਹੀ ਮਤਲਬ ਕਿ ਰਾਸ਼ਨ ਪਾਣੀ ਦਿੱਤਾ, ਉਸ ਤੋਂ ਬਾਅਦ ਮਤਲਬ ਕਿ ਕੋਈ ਉਹ ਨਹੀਂ ਹੋਈ। ਐਵੇਂ ਝੂਠ ਕੁਝ ਬੋਲੀਏ, ਜਿੰਨਾ ਸਾਨੂੰ ਮਿਲਿਆ ਉਹ ਅਸੀਂ ਦੱਸਦੇ ਆ। ਸਾਨੂੰ 2-3 ਵਾਰ ਮਤਲਬ ਰਾਸ਼ਨ ਪਾਣੀ ਮਿਲਿਆ ਬਸ। ਅੱਛਾ, ਜਿਸ ਤਰੀਕੇ ਦੀ ਕਮਰੇ ਦੀ ਹਾਲਤ ਹੈ, ਮੈਂ ਵੀ ਦੇਖ ਰਿਹਾ, ਅਜੇ ਵੀ ਚੋ ਰਿਹਾ ਹੈ ਕਮਰਾ। ਜਦੋਂ ਬਾਰਿਸ਼ ਆਉਂਦੀ ਹੈ, ਜਿੱਦਾਂ ਹੁਣ ਵੀ ਬਾਰਿਸ਼ ਲੱਗੀ ਹੈ, ਤਾਂ ਕਮਰਾ ਚੋ ਰਿਹਾ। ਇੱਦਾਂ ਦੇ ਹਾਲਾਤ ਹੀ ਬਣ ਜਾਂਦੇ ਨੇ। ਹਾਂਜੀ ਹਾਂਜੀ, ਹੁਣ ਇਹ ਆ ਕਿ ਅਸੀਂ ਮਤਲਬ ਕਿ ਜੋ ਵੀ ਸਰਕਾਰ ਦੀਆਂ ਮਤਲਬ ਕਿ ਕੋਈ ਵੀ ਆਉਂਦੀ ਆ ਸਹੂਲਤਾਂ ਆਉਂਦੀਆਂ ਸੀ, ਉਹਦੇ ਸਾਰੇ ਮਤਲਬ ਫਾਰਮ ਫੂਮ ਭਰਦੇ ਸੀ, ਕਹਿੰਦੇ ਕਿ ਛੱਤ ਦੇ ਪੈਸੇ ਹੋਣੇ, ਉਹਨਾਂ ਦੇ ਵੀ ਫਾਰਮ ਭਰੇ, ਪਰ ਉਹਨਾਂ ਦਾ ਵੀ ਕੋਈ ਉਹ ਨਹੀਂ ਮਿਲਿਆ, ਕਿ ਸਾਨੂੰ ਸਹੂਲਤ ਨਹੀਂ ਮਿਲੀ ਕੋਈ ਵੀ। ਹੁਣ ਇਹੀ ਆ ਕਿ ਆਪਣੇ ਦਮ 'ਚ ਹੀ ਕੁਝ ਕਰਾਂਗੇ, ਸਰਕਾਰ ਤਾਂ ਕੁਝ ਕਰਦੀ ਨਹੀਂ। ਉਹੀ ਆ ਕਿ ਹੁਣ ਇਹੀ ਸੀ ਕਿ ਪੁਲਿਸ ਕੀ ਭੈਣ ਨੂੰ ਹੀ ਇੰਨਾ ਹੀ ਸੀ ਕਿ ਸਾਡੀ ਸਿਸਟਰ ਨੂੰ, ਮੇਰੀ ਸਿਸਟਰ ਨੂੰ ਲੱਭ ਦੂੰਗੇ, ਪਰ ਉਹਨਾਂ ਨੇ ਵੀ ਨਹੀਂ ਕੁਝ ਵੀ ਕੀਤਾ। ਪ੍ਰਸ਼ਾਸਨ ਨਹੀਂ ਠੀਕ ਹੈਗਾ। ਛੋਟੀ ਜਿਹੀ ਉਮਰ ਦੇ ਵਿੱਚ ਵਕਤ ਕਹਿੰਦੇ ਗੱਲਾਂ ਸਿਖਾ ਦਿੰਦਾ ਇਨਸਾਨ ਨੂੰ, ਪਤਾ ਲੱਗ ਜਾਂਦਾ ਹੈ ਵੀ ਅਸਲ ਦੇ ਵਿੱਚ ਸੱਚ ਕੀ ਹੈ ਔਰ ਕਿੰਨੀਆਂ ਠੋਕਰਾਂ ਖਾਣੀਆਂ ਪੈਂਦੀਆਂ, ਇਨਸਾਫ ਮਿਲਦਾ ਕਿਵੇਂ ਹੈ। ਅਜੇ ਤੱਕ ਕੋਈ ਆਸ ਲੱਗ ਰਹੀ ਹੈ ਇਨਸਾਫ ਦੀ? ਕੋਈ ਕਿਰਨ ਜਾਗ ਰਹੀ ਹੈ? ਅਜੇ ਤੱਕ ਤਾਂ ਕੋਈ ਨਹੀਂ, ਹੁਣ ਦੇਖਦੇ ਅੱਗੇ ਕੀ ਬਣਦਾ ਹੈਗਾ ਇਸ ਦਾ। ਹੁਣ ਤੱਕ ਤਾਂ ਕੋਈ ਮਤਲਬ ਕਿ ਕਿਸੇ ਨੇ ਵੀ ਨਹੀਂ ਇਹ ਪੂਰੀ ਤਰ੍ਹਾਂ ਸੁਣੀ ਕਿ ਸਾਡੀ ਗੱਲ ਕੀ ਕੁਝ ਬਣੂਗਾ, ਪਰ ਹੁਣ ਦੇਖਦੇ ਸ਼ਾਇਦ ਅੱਗੇ ਪਤਾ ਨਹੀਂ ਕੀ ਬਣੂ, ਹੁਣ ਦੇਖਦੇ ਇਹੀ। ਸਲਾਮ, ਕਿਹੜੀ ਕਲਾਸ 'ਚ ਪੜ੍ਹਦੇ ਹੋ? +2 'ਚ। ਕਦੇ ਸੋਚਿਆ ਸੀਗਾ ਵੀ +2 'ਚ ਪੜ੍ਹਦਿਆਂ ਵੀ ਇਹ ਕੰਮ ਕਰਨੇ ਪੈਣਗੇ? ਇੱਕ ਧੀ ਤੁਹਾਡੀ ਭੈਣ ਹੈ, ਲਾਪਤਾ ਹੋਈ ਪਈ ਹੈ, ਪਤਾ ਨਹੀਂ ਕਿੱਥੇ ਆ ਉਹ, ਕਿਸ ਹਾਲਤ ਦੇ ਵਿੱਚ ਹੈ। ਇਹ ਥਾਣਿਆਂ ਕਚਹਿਰੀਆਂ ਦੇ ਚੱਕਰ ਲਾਉਣੇ ਪੈਣਗੇ, ਅਫਸਰਾਂ ਦੀਆਂ ਲਕੀਰਾਂ ਕੱਢਣੀਆਂ ਪੈਣਗੀਆਂ ਉਹਨਾਂ ਦੇ ਦਫ਼ਤਰਾਂ ਦੀਆਂ ਵੀ ਮੇਰੀ ਭੈਣ ਮੈਨੂੰ ਮਿਲਾ ਦਿਓ। ਕਦੀ ਸੋਚਿਆ ਸੀ? ਨਹੀਂ ਸਰ, ਇੱਦਾਂ ਕਦੀ ਨਹੀਂ ਸੋਚਿਆ ਸੀ, ਪਰ ਹੁਣ ਵਕਤ ਮਾੜਾ ਵਕਤ ਦੇਖ ਕੇ ਨਹੀਂ ਹੁੰਦਾ ਹੈਗਾ। ਹੁਣ ਇਹ ਆ ਕਿ ਬਸ ਲੱਭ ਜਾਵੇ, ਪਤਾ ਲੱਗ ਜਾਵੇ, ਜਿੱਥੇ ਵੀ ਹੈਗੀ ਸਾਨੂੰ ਮਿਲਾ ਦਿੱਤਾ ਜਾਵੇ ਇੱਕ ਵਾਰ, ਕਿ ਭਾਈ ਜਿੰਦੀ ਵੀ ਹੈ ਕਿ ਸਹੀ ਸਲਾਮਤ ਆ। ਜੇ ਕਿਤੇ ਆਪਣੇ ਕਿਤੇ ਹੋਰ ਪਾਸੇ ਵੀ ਸੁੱਕੀ ਵੱਸਦੀ ਹੈ, ਕਿ ਸਾਨੂੰ ਇੰਨਾ ਕਿ ਮਿਲਾ ਦੇਵੇ, ਕਿ ਇੱਕ ਵਾਰ ਦਿਖਾ ਦਿੱਤਾ ਜਾਵੇ ਕਿ ਹੈਗੀ ਵੀ ਹੈ ਕਿ ਨਹੀਂ। ਜੇ ਕਿਤੇ ਉੱਥੇ ਖੁਸ਼ ਆ ਤਾਂ ਉੱਥੇ ਰਹਿ ਲਵੇ, ਜੇ ਘਰੇ ਆ ਕੇ ਖੁਸ਼ ਆ ਤਾਂ ਘਰੇ ਹੀ ਮਤਲਬ ਕਿ ਸਾਡੇ ਆ ਜਾਵੇ। ਹੁਣ ਇਹੀ ਆ ਕਿ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਕਿ ਮੇਰੀ ਸਿਸਟਰ ਨੂੰ ਲੱਭਿਆ ਜਾਵੇ ਅਤੇ ਸਾਡੇ ਘਰੇ ਲਿਆ ਦਿੱਤਾ ਜਾਵੇ। ਬਸ ਇਹੀ ਮੰਗ ਹੈ ਜੀ ਪ੍ਰਸ਼ਾਸਨ ਤੋਂ। ਸਲਾਮ, ਯਾਦ ਵੀ ਆਉਂਦੀ ਹੋਊਗੀ ਕਦੇ ਮਨ ਨੂੰ ਇੱਦਾਂ ਲੱਗਿਆ ਵੀ ਮੈਂ ਥੱਕ ਹਾਰ ਗਿਆ, ਹੁਣ ਕੋਈ ਅੱਗਿਓਂ ਨਹੀਂ ਦਿਖ ਰਿਹਾ, ਇਨਸਾਫ ਮਿਲਦਾ ਵੀ ਨਹੀਂ ਦਿਖ ਰਿਹਾ, ਸਾਰੇ ਪਾਸਿਓਂ ਲਾਰੇ ਹੀ ਲੱਗਦੇ ਨੇ, ਕਦੇ ਦਿਲ ਟੁੱਟਦਾ ਵੀ ਹੋਊਗਾ? ਦਿਲ ਤਾਂ ਹੁਣ ਟੁੱਟਦਾ ਹਰ ਵਾਰ, ਜਿੱਦਾਂ ਉੱਚ ਅਧਿਕਾਰੀਆਂ ਕੋਲ ਜਾਈਦਾ ਸੀ ਕਿ ਉਹ ਗੱਲਬਾਤ ਸੁਣਦੇ ਸੀ, ਮਤਲਬ ਕਿ ਹਰ ਵਾਰ ਜਾਈਦਾ ਸੀ ਕਿ ਚਲੋ ਕਿ ਇੱਥੇ ਜਾਵਾਂਗੇ, ਇੱਥੇ ਕੁਝ ਬਣੂਗਾ, ਮਤਲਬ ਕਿ
ਹੌਲੀ ਹੌਲੀ ਕਰਦੇ ਮਤਲਬ ਕਿ ਸਾਰੇ ਪਾਸੇ ਘੁੰਮ ਲਿਆ ਕਿ ਕੋਈ ਇੱਕ ਉਮੀਦ ਹੀ ਜਾਗਦੀ ਸੀ ਕਿ ਅੱਗੇ ਜਾਵਾਂਗੇ ਤੇ ਕੁਝ ਬਣੂਗਾ, ਅੱਗੇ ਐਪਲੀਕੇਸ਼ਨ ਦੇਵਾਂਗੇ ਕੁਝ ਬਣੂਗਾ, ਪਰ ਉੱਥੇ ਵੀ ਨਹੀਂ ਕੁਝ ਵੀ ਬਣਦਾ। ਕੋਈ ਆਸ ਮਤਲਬ ਕਿ ਹੁਣ ਐਂਡ ਹੀ ਆ, ਮਤਲਬ ਕਿ ਪਤਾ ਹੀ ਨਹੀਂ ਲੱਗਦਾ ਪਿਆ ਕਿ ਕੀ ਕਰੀਏ ਹੁਣ। ਕੀ ਮੰਗ ਕਰਦੇ ਹੋ ਤੁਸੀਂ ਸੋਮਪਾਲ ਜੀ? ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਕੁੜੀ ਸਾਡੀ ਘਰ ਬਚਾਈ ਜਾਵੇ, ਸਾਨੂੰ ਕੁੜੀ ਉਹਨਾਂ ਨੂੰ ਮਿਲ। ਇਹ ਆ ਕਿ ਜਿਹੜੇ 2 ਨੰਬਰ ਦਾ ਹੀ ਕੰਮ ਕਰਦੇ ਆ, ਜਿੱਥੇ ਜਿੱਥੇ ਮਤਲਬ ਕਿ ਅਸੀਂ ਪੁੱਛ ਗਿੱਛ ਕੀਤੀ, ਇਹਨਾਂ ਨੇ ਕਈਆਂ ਦੇ ਮਤਲਬ ਕਿ ਬਾਹਰ ਭੇਜਣ ਦੇ ਲਾਲਚ 'ਚ ਕਈਆਂ ਦੇ ਪੈਸੇ ਠੱਗੇ ਆ। ਇਹਨਾਂ ਦਾ ਮਤਲਬ ਕਿ ਇਹਨਾਂ ਨੂੰ ਇਹਨਾਂ ਉੱਤੇ ਕਾਰਵਾਈ ਕੀਤੀ ਤਾਂ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿ ਅੱਗੇ ਤੋਂ ਕਿਸੇ ਹੋਰ ਧੀ ਨਾਲ ਨਾ ਇੱਦਾਂ ਹੋਵੇ ਜਿੱਦਾਂ ਦੀ ਸਾਡੇ ਨਾਲ ਹੋਈ। ਤਾਂ ਇਹ ਉਸ ਭਰਾ ਦਾ ਦਰਦ ਹੈ, ਉਸ ਬਾਪ ਦਾ ਦਰਦ ਹੈ ਜਿਨ੍ਹਾਂ ਦੀ ਆਪਣੀ ਧੀ ਪਿਛਲੇ ਕਈ ਸਾਲਾਂ ਤੋਂ ਬੰਧਕ ਬਣਾ ਕੇ ਉਸ ਤੋਂ ਬੰਦੂਆ ਮਜ਼ਦੂਰੀ ਕਰਵਾਈ ਜਾ ਰਹੀ ਹੈ। ਹਾਲਾਂਕਿ ਅਸੀਂ ਕਹਿ ਰਹੇ ਹਾਂ ਇੱਕ ਇਨਕੁਆਇਰੀ ਆਉਂਦੀ ਹੈ ਤਾਂ ਉੱਥੋਂ ਸ਼ਾਇਦ ਥੋੜ੍ਹੀ ਜਿਹੀ ਇੱਕ ਕਿਰਨ ਜਾਗਦੀ ਹੈ ਵੀ ਉਹ ਜਿਉਂਦੀ ਹੈ, ਕਿਉਂਕਿ ਜੇ ਜਿਉਂਦੀ ਹੈ ਤਾਂ ਹੀ ਉਹਦੇ ਨਾਂ ਦੇ ਉੱਤੇ ਇਮੀਗ੍ਰੇਸ਼ਨ ਨਾਲ ਰਿਲੇਟਡ ਇੱਕ ਲਾਇਸੈਂਸ ਅਪਲਾਈ ਕੀਤਾ ਗਿਆ। ਜਿਸ ਦੀ ਇਨਕੁਆਇਰੀ ਇਸ ਘਰ ਦੇ ਵਿੱਚ ਆਈ ਤਾਂ ਸਾਰਾ ਖੁਲਾਸਾ ਹੋ ਗਿਆ ਵੀ ਧੀ ਤਾਂ ਜਿਉਂਦੀ ਹੈ, ਪਰ ਅੱਜ ਪਤਾ ਨਹੀਂ ਹੈ ਵੀ ਉਹ ਧੀ ਹੈ ਕਿੱਥੇ ਹੈ, ਉਹ ਸਹੀ ਹੈ, ਉਹ ਠੀਕ ਹੈ, ਤੰਦਰੁਸਤ ਹੈ ਜਾਂ ਉਹ ਕਿਸ ਹਾਲਤ ਦੇ ਵਿੱਚ ਹੈ, ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਨਾ ਤਾਂ ਕੋਈ ਦਫ਼ਤਰ ਛੱਡਿਆ ਹੈ, ਨਾ ਕੋਈ ਕੋਰਟ ਕਚਹਿਰੀ ਛੱਡੀ ਹੈ, ਵੱਡੇ ਵੱਡੇ ਅਫਸਰਾਂ ਦੇ ਦਰਵਾਜ਼ੇ ਖੜਕਾਏ ਪਰ ਮਿਲੇ ਸਿਰਫ ਲਾਰੇ। ਇਨਸਾਫ ਦੀ ਉਡੀਕ ਇਹ ਦੋਨੋਂ ਪਿਓ ਪੁੱਤ ਕਰ ਰਹੇ ਨੇ ਔਰ ਇਹੀ ਅਪੀਲ ਕਰ ਰਹੇ ਨੇ ਵੀ ਸਾਡੀ ਧੀ ਦਾ ਕੋਈ ਸੁੱਖ ਸੁਨੇਹਾ ਸਾਡੇ ਤੱਕ ਪਹੁੰਚਾਓ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਜਲੰਧਰ।